पूर्व केंद्रीय मंत्री विजय सिंपला की तरफ से मौजूदा अहम मुद्दों पर प्रेस वार्ता की गई। वहीं उन्होंने अलग अलग मुद्दों पर बात कही। उन्होंने पोस्ट मैट्रिक स्कॉलरशिप स्कीम एवं सरकार से भी मांग की है। इन मुद्दों को गंभीरता के साथ लेकर हाई कोर्ट के जज से व सीबीआई से जांच कराया जाए। ਤੁਸੀਂ ਸਾਰੇ ਜਾਣਦੇ ਆ ਕਿ ਜਿਸ ਤਰ੍ਹਾਂ ਦਲਿਤ ਇਨਸਾਫ ਯਾਤਰਾ ਨੂੰ ਪੰਜਾਬ ਸਰਕਾਰ ਨੇ ਆਪਣੇ ਜਿਹੜੇ ਜ਼ੋਰ ਜ਼ਬਰਦਸਤੀ ਪੁਲਿਸ ਤੇ ਧੱਕੇਸ਼ਾਹੀ ਦੇ ਨਾਲ ਉਸ ਨੂੰ ਤਾੜੋ ਪੀੜਤ ਕਰਨ ਦੀ ਕੋਸ਼ਿਸ਼ ਕੀਤੀ ਔਰ ਸਾਡੇ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਸ ਜਿਹੜੀ ਯਾਤਰਾ ਨੂੰ ਰੋਕਿਆ ਗਿਆ ਔਰ ਉਸ ਤੋਂ ਬਾਅਦ ਬਹੁਤ ਸਾਰੇ ਸਰਕਾਰ ਦੇ ਨੁਮਾਇੰਦੇ ਔਰ ਦੂਜੀਆਂ ਪਾਰਟੀਆਂ ਦੇ ਲੋਕ ਵੀ ਬਹੁਤ ਸਾਰੀਆਂ ਜਿਹੜੀਆਂ ਉਸ ਯਾਤਰਾ ਦੇ ਉੱਤੇ ਕਿੰਤੂ ਪਰੰਤੂ ਕਰੀ ਜਾਂਦੇ ਨੇ। ਪਰ ਮੈਂ ਉਹਨਾਂ ਸਾਰਿਆਂ ਨੂੰ ਉਹਨਾਂ ਯਾਤਰਾਵਾਂ ਦਾ ਜਿਹੜਾ ਦੇ ਉੱਤੇ ਕਿੰਤੂ ਪਰੰਤੂ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹਾਂਗਾ ਕਿ ਤੁਸੀਂ ਬਾਕੀ ਸਾਰੀਆਂ ਚੀਜ਼ਾਂ ਤਾਂ ਰਾਜਨੀਤੀ ਦੇ ਤਕੜੀ ਦੇ ਵਿੱਚ ਤੋਲ ਸਕਦੇ ਹੋ, ਰਾਜਨੀਤੀ ਦੇ ਚਸ਼ਮੇ ਨਾਲ ਦੇਖ ਸਕਦੇ ਹੋ, ਪਰ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦਾ ਹੋਇਆ ਅਪਮਾਨ ਉਸ ਨੂੰ ਤੁਸੀਂ ਕਿਹੜੇ ਚਸ਼ਮੇ ਨਾਲ ਦੇਖਦੇ ਹੋ? ਰਾਜਨੀਤੀ ਆਪਣੀ ਚੀਜ਼ ਆਪਣੇ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆ, ਪਰ ਕਿਸੇ ਨੂੰ ਵੀ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਦੇ ਉੱਤੇ ਹਾਰ ਨਾ ਪਾਉਣ ਦੇਣਾ ਔਰ ਉਸ ਤੋਂ ਬਾਅਦ ਉਹਦੇ ਹਾਰ ਜਿਹੜਾ ਪਾਇਆ ਗਿਆ ਉਹਨੂੰ ਲਾ ਕੇ ਸਿੱਟਣਾ, ਅਪਮਾਨ ਕਰਨਾ ਔਰ ਪਾਉਣ ਵਾਲੇ ਜਿਹੜੇ ਦਲਿਤ ਸਮਾਜ ਦੇ ਲੋਕ ਸੀ ਉਹਨਾਂ ਦੇ ਨਾਲ ਪਿਟਾਈ ਵੀ ਕਰਨੀ, ਦੂਸਰੇ ਲੋਕਾਂ ਨੂੰ ਵੀ ਕੁੱਟਿਆ। ਉਹਨਾਂ ਦੇ ਉੱਤੇ ਕਿਸੇ ਦਾ ਵੀ ਨਜ਼ਰੀਆ ਹਾਲੇ ਤੱਕ ਸਾਨੂੰ ਸਾਫ਼ ਨਜ਼ਰ ਨਹੀਂ ਆਇਆ ਔਰ ਨਾਲ ਇਹ ਵੀ ਅਸੀਂ ਉਹਨਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਹੋਣ ਤੋਂ ਬਾਅਦ ਸਾਡੇ ਵੱਲੋਂ ਉਹਨਾਂ ਦੇ ਅਗੇਂਸਟ ਕੰਪਲੇਂਟ ਵੀ ਦਿੱਤੀ ਗਈ ਜਿਹਦੀ ਹਾਲੇ ਤੱਕ ਕੋਈ FIR ਦੀ ਕਾਪੀ ਸਾਨੂੰ ਰਿਪੋਰਟ ਨਹੀਂ ਦਿੱਤੀ ਗਈ। ਉਹ ਭਾਵ ਰਿਪੋਰਟ ਨਹੀਂ ਕੀਤੀ ਗਈ, ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ, ਜਦਕਿ 295A ਔਰ SC ਐਕਟ ਦੇ ਅਧੀਨ ਉਹਨਾਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਸੀ। ਮੈਂ ਉਹਨਾਂ ਸਾਰਿਆਂ ਨੂੰ ਵੀ ਸਵਾਲ ਕਰਨਾ ਚਾਹਾਂਗਾ ਜਿਹੜੇ ਉਸ ਯਾਤਰਾ ਨੂੰ ਰੋਕਣ ਲਈ ਤਾਂ ਵਕਾਲਤ ਕਰਦੇ ਨੇ ਔਰ ਰਾਜਨੀਤਿਕ ਬਾਕੀ ਦਲਿਤਾਂ ਦੇ ਉੱਤੇ ਜਿਹੜੇ ਹੋ ਰਹੇ ਅਤਿਆਚਾਰ ਨੂੰ ਰਾਜਨੀਤੀ ਦੇ ਚਸ਼ਮੇ ਨਾਲ ਦੇਖ ਰਹੇ ਨੇ, ਪਰ ਉਹ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਹੋਏ ਅਪਮਾਨ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਉਹਦੇ ਤੇ ਹਾਲੇ ਤੱਕ ਕਿਸੇ ਵੀ ਐਸੀ ਨਾ ਤਾਂ ਰਾਜਨੀਤਿਕ ਪਾਰਟੀ ਵੱਲੋਂ ਨਾ ਜਿਹੜੀਆਂ ਐਸੀ ਸੰਸਥਾਵਾਂ ਵੱਲੋਂ ਕਿਤੇ ਜਿਹੜੀ ਆ ਅੱਗੇ ਆਣ ਕੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀ ਗੱਲ ਨਹੀਂ ਕੀਤੀ ਗਈ। ਸੋ ਉਹਨਾਂ ਦੇ ਉੱਤੇ ਵੀ ਮੇਰਾ ਇੱਕ ਸਵਾਲ ਜਿਹੜਾ ਆ ਕਿ ਸਾਡੇ ਨਾਲ ਕਿਸੇ ਦੀ ਕੋਈ ਪ੍ਰੋਬਲਮ ਹੋ ਸਕਦੀ ਹੈ, ਪਰ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੋ ਦਲਿਤ ਸਮਾਜ ਦੇ ਰੱਬ ਤੋਂ ਵੀ ਵੱਡੇ ਅਸੀਂ ਮੰਨਦੇ ਹਾਂ ਕਿ ਅਗਰ ਸਾਡੇ ਲਈ ਸਭ ਤੋਂ ਉੱਚਾ ਦਰਜਾ ਅਸੀਂ ਦੇਖਦੇ ਹਾਂ ਦਲਿਤ ਸਮਾਜ ਦੇ ਵਿੱਚ ਤੇ ਉਹ ਡਾਕਟਰ ਭੀਮਰਾਓ ਅੰਬੇਡਕਰ ਜੀ ਨੇ ਜਿਨ੍ਹਾਂ ਨੂੰ ਅਸੀਂ ਸਨਮਾਨ ਨਾਲ ਦੇਖਦੇ ਨੇ ਔਰ ਉਹਨਾਂ ਦਾ ਅਪਮਾਨ ਹੋ ਜਾਏ ਔਰ ਇੱਥੇ ਉਹਨਾਂ ਦੇ ਉੱਤੇ ਕੋਈ ਗੱਲ ਨਾ ਹੋਵੇ, ਇਹ ਆਪਣੇ ਆਪ 'ਚ ਬੜੀ ਚਿੰਤਾ ਦਾ ਵਿਸ਼ਾ ਵੀ ਹੈ। ਸੋ ਮੇਰੀ ਅਪੀਲ ਉਹਨਾਂ ਸਾਰੀਆਂ ਸੰਸਥਾਵਾਂ ਨੂੰ, ਉਹਨਾਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਹੈ ਕਿ ਜਿਹੜੇ ਬਾਕੀ ਸਵਾਲ ਉਠਾਉਂਦੇ ਆ ਉਹਨਾਂ ਦੇ ਉੱਤੇ FIR ਕਰਾ ਕੇ ਦੋਸ਼ੀਆਂ ਨੂੰ ਸਖਤ ਸਜ਼ਾ ਦੇ ਵੱਲ ਉਹ ਵੀ ਤੋਰਨ ਦਾ ਫਰਜ਼ ਇਕੱਲਾ ਸਾਡਾ ਹੀ ਨਹੀਂ, ਤੁਹਾਡਾ ਸਾਰਿਆਂ ਦਾ ਵੀ ਹੈ। ਸੋ ਇਹ ਜਿੱਥੇ ਅਸੀਂ ਇਹ ਬੇਨਤੀ ਕਰਦੇ ਹਾਂ ਉੱਥੇ ਮੈਂ ਦੇਖ ਰਿਹਾ ਸੀ ਕਿ ਜਦੋਂ ਯਾਤਰਾ ਸੀ ਕੱਢ ਰਹੇ ਤਾਂ ਬੜੇ ਸਵਾਲ ਉਹਦੇ ਉੱਤੇ ਕਰ ਰਹੇ ਸੀ ਔਰ ਸਾਡੀ ਕਾਰਗੁਜ਼ਾਰੀ ਤੇ ਵੀ ਕਰ ਰਿਹਾ ਸੀ ਔਰ ਆਪਣੀਆਂ ਜਿਹੜੀਆਂ ਸਫਾਈਆਂ ਔਰ ਸਰਕਾਰੀ ਪੱਖ ਤਾਂ ਮੈਂ ਦੇਖ ਰਿਹਾ ਸੀ, ਬੜੇ ਸਬਜ਼ ਬਾਗ ਵੀ ਦਿਖਾ ਰਿਹਾ ਸੀ ਜਿਹਦੇ 'ਚ ਉਹਨਾਂ ਨੇ ਇੱਕ ਇਹ ਗੱਲ ਕਹੀ ਕਿ ਮਨਮੋਹਨ ਸਿੰਘ ਜੀ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਿੱਤੀ ਸੀ ਤਾਂ ਅਸੀਂ ਕੋਈ ਏਰੀਅਰ ਨਹੀਂ ਰਹਿਣ ਦਿੱਤਾ। ਮੈਂ ਇੱਥੇ ਕਲੀਅਰ ਕਰ ਦੇਣਾ ਚਾਹਣਾ 2012 ਦੇ ਵਿੱਚ ਮਨਮੋਹਨ ਸਿੰਘ ਨੇ ਸਕਾਲਰਸ਼ਿਪ ਸਕੀਮ ਬਣਾਈ ਸੀ, ਲਾਗੂ ਕੀਤੀ ਸੀ, ਪਰ ਪੈਸਾ ਇੱਕ ਨਹੀਂ ਸੀ ਦਿੱਤਾ। ਉਹ ਸਾਰਾ ਏਰੀਅਰ ਸਾਡੀ ਸਰਕਾਰ ਨੇ ਆਣ ਕੇ ਹੀ ਦਿੱਤਾ ਸੀ। ਇਹ ਜਿਹੜਾ ਕੋਈ ਕਹਿ ਰਿਹਾ ਕਿ ਮਨਮੋਹਨ ਸਿੰਘ ਜੀ ਨੇ ਕਾਂਗਰਸ ਦੀ UPA ਦੀ ਸਰਕਾਰ 'ਚ ਬਣੀ ਸੀ ਤੇ ਕੋਈ ਏਰੀਆ ਨਹੀਂ ਰਹਿਣ ਦਿੱਤਾ, ਉਹ ਸਿਰਫ ਘੋਸ਼ਣਾ ਕੀਤੀ ਸੀ, ਲਾਗੂ ਕੀਤੀ ਸੀ, ਪਰ ਪੈਸਾ ਇੱਕ ਵੀ ਨਹੀਂ ਸੀ ਦਿੱਤਾ। ਉਹ ਸਾਰੀ ਸਕਾਲਰਸ਼ਿਪ ਦਾ ਪੈਸਾ ਜਿਹੜਾ ਆ ਉਹ ਸਾਡੀ ਸਰਕਾਰ ਜਦੋਂ 2014 'ਚ ਆਈ ਉਹਨਾਂ ਨੇ ਹੀ ਕਲੀਅਰ ਕੀਤਾ। ਔਰ ਇਹ ਵੀ ਕਿਸੇ ਨੇ ਕਿਹਾ, ਮੈਂ ਸੁਣਿਆ ਕਿਸੇ ਕੋਲੋਂ, ਕਿਉਂਕਿ ਬੜੇ ਲੋਕ ਉਹਨਾਂ ਦੀ ਸਰਕਾਰ ਦੀ ਸਫਾਈਆਂ ਦੇਣ 'ਚ ਬੈਠੇ ਨੇ, ਕਿ
ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਗਿਆ, ਜਦ ਕਿ ਉਹ ਸਕਾਲਰਸ਼ਿਪ ਦਾ ਵਿਸ਼ਾ ਵਿਧਾਨ ਸਭਾ 'ਚ ਨਹੀਂ ਆਇਆ। ਜਿਹੜਾ ਕਹਿ ਰਿਹਾ ਉਹ ਗਲਤ ਕਹਿ ਰਿਹਾ। ਕੈਬਨਿਟ 'ਚ ਜ਼ਰੂਰ ਪਾਸ ਕੀਤਾ, ਪਰ ਉਹ ਵੀ ਇੱਕ ਧੋਖਾ ਜਿਹੜਾ ਦਿੱਤਾ। ਕਿਵੇਂ ਕਿ ਕਿਸਾਨਾਂ ਦਾ ਜਿਹੜਾ ਬਿੱਲ, ਜਿਹੜਾ ਤੁਸੀਂ ਦੇਖਿਆ ਵਿਧਾਨ ਸਭਾ ਦਾ ਸੈਸ਼ਨ ਲੱਗਾ, ਜਿਹਦੇ 'ਚ ਉਹ ਬਿੱਲ ਪਾਸ ਜਿਹੜਾ ਕੀਤਾ ਉਹ ਕਰ ਨਹੀਂ ਸੀ ਸਕਦੇ, ਕਿਉਂਕਿ ਫੈਡਰਲ ਸਿਸਟਮ ਨੂੰ ਅਗਰ ਕਰੋਗੇ ਤਾਂ ਤੋੜਨ ਦੀ ਕੋਸ਼ਿਸ਼ ਕੀਤੀ ਗਈ ਹੈ। ਜਿਹੜਾ ਉਹਨਾਂ ਦੇ ਅੰਦਰ ਸਮਰਥਨ ਕਰਨ ਵਾਲੀ ਆਮ ਆਦਮੀ ਪਾਰਟੀ ਦੇ ਨੇਤਾ ਕੇਜਰੀਵਾਲ ਨੇ ਵੀ ਕਿਹਾ ਕਿ ਇਹ ਕਰ ਹੀ ਨਹੀਂ ਸਕਦੇ, ਗੈਰ ਸੰਵਿਧਾਨਿਕ ਹੈ, ਔਰ ਅਕਾਲੀ ਦਲ ਨੇ ਵੀ ਬਾਹਰ ਆਣ ਕੇ ਕਿਹਾ ਕਿ ਇਹ ਪਾਸ ਹੋ ਨਹੀਂ ਸਕਦਾ। ਭਾਵ ਅੰਦਰ ਫਰਾਡ ਕਰਕੇ ਆਏ, ਬਾਹਰ ਆਣ ਕੇ ਸਫਾਈਆਂ ਦੇਣ ਲੱਗ ਪਏ, ਔਰ ਉੱਥੇ ਜਿਹੜਾ ਇਹ ਕਰ ਨਹੀਂ ਸੀ ਸਕਦੇ ਉਹ ਤਾਂ ਕਰ ਦਿੱਤਾ। ਪਰ ਜਿਹੜਾ ਕੈਬਨਿਟ ਦੇ ਵਿੱਚ ਇਹਨਾਂ ਨੇ ਸਕਾਲਰਸ਼ਿਪ ਦੀ ਗੱਲ ਕਰ ਰਿਹਾ, ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਨਾਂ ਦੇ ਉੱਤੇ ਸਕਾਲਰਸ਼ਿਪ ਸ਼ੁਰੂ ਕਰਨ ਦੀ ਗੱਲ ਕੀਤੀ ਹੈ, ਫਿਰ ਉਹ ਵਿਧਾਨ ਸਭਾ 'ਚ ਕਿਉਂ ਨਹੀਂ ਪਾਸ ਕੀਤਾ? ਉਹਨੂੰ ਵਿਧਾਨ ਸਭਾ 'ਚ ਕਿਉਂ ਨਹੀਂ ਲੈ ਕੇ ਆਂਦਾ? ਕਿਉਂਕਿ ਉਹਦੇ ਤੇ ਲੋਕਾਂ ਦੇ ਨਾਲ ਸਿਰਫ ਅਖਬਾਰੀ ਜਿਹੜੀਆਂ ਗੱਲਾਂ ਕਰਨੀਆਂ ਸੀ, ਲੋਕਾਂ 'ਚ ਸ਼ੋਰ ਸ਼ਰਾਬਾ ਕਰਨਾ ਸੀ। ਹਕੀਕਤ ਦੇ ਵਿੱਚ ਕੁਝ ਵੀ ਨਹੀਂ ਹੈ, ਔਰ ਕਿਤੇ ਕੋਈ ਨੋਟੀਫਿਕੇਸ਼ਨ ਨਹੀਂ ਹੈ। ਸਕੀਮ ਦੀ ਕੀ ਗਾਈਡਲਾਈਨ ਹੋਗੀ ਹਾਲੇ ਤੱਕ ਕਿਸੇ ਨੂੰ ਪਤਾ ਨਹੀਂ ਹੈ। ਮੋਟੇ ਰੂਪ 'ਚ ਜਿਹੜਾ ਦੱਸਿਆ ਗਿਆ ਉਹਦੇ ਤੇ ਵੀ ਬਹੁਤ ਸਾਰੀਆਂ ਜਿਹੜੀਆਂ ਆਸ਼ੰਕਾਵਾਂ ਆ ਕਿ ਜਿਹੜਾ ਆ ਪ੍ਰਾਈਵੇਟ ਇੰਸਟੀਟਿਊਸ਼ਨ ਨੂੰ 60% ਦੇਣਗੇ, 40% ਨਹੀਂ ਦੇਣਗੇ। ਕਿਉਂ ਨਹੀਂ ਦੇਣਗੇ ਔਰ ਕੌਣ ਦੇਗਾ, ਇਹ ਕਿਤੇ ਕਲੀਅਰ ਨਹੀਂ ਹੈ। ਸੋ ਅਸੀਂ ਉਹ ਵੀ ਜਿਹੜੀ ਆ ਅਸੀਂ ਦੱਸਣਾ ਚਾਹਾਂਗੇ ਕਿ ਪੰਜਾਬ ਸਰਕਾਰ ਨੇ ਜਿਹੜਾ ਵਿਧਾਨ ਸਭਾ ਦੇ ਵਿੱਚ ਵੀ ਇਹ ਜਿਹੜਾ ਨਾ ਲਿਆ ਕੇ ਔਰ ਕੈਬਨਿਟ 'ਚ ਵੀ ਜਿਹੜਾ ਲਿਆਣ ਕੇ ਸਿਰਫ ਇੱਕ ਅਖਬਾਰੀ ਔਰ ਜਿਹੜਾ ਸਿਰਫ ਮੀਡੀਆ ਦੀਆਂ ਸੁਰਖੀਆਂ ਬਟੋਰਨ ਲਈ ਕੀਤਾ। ਹਕੀਕਤ ਦੇ ਵਿੱਚ ਕਦੀ ਵੀ ਕਾਂਗਰਸ ਪਾਰਟੀ ਨੇ ਕਦੀ ਵੀ ਦਲਿਤਾਂ ਦੇ ਲਈ ਜਿਹੜਾ ਕੋਈ ਵੀ ਅੱਛਾ ਕੰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨੇ ਵੀ ਕੰਮ ਕੀਤੇ, ਜੇ ਮੈਂ ਅੱਜ ਗਿਣਾਣੇ ਚਾਹਾਂ ਤੇ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦਾ ਕਾਂਗਰਸ ਨੇ ਪਾਰਲੀਮੈਂਟ ਦੇ ਸੈਂਟਰ ਹਾਲ ਦੇ ਵਿੱਚ ਜਿਹੜਾ ਚਿੱਤਰ ਲੱਗਣਾ ਸੀ, ਫੋਟੋ ਲੱਗਣੀ ਸੀ ਵੱਡੀ, ਬਾਕੀਆਂ ਦੀ ਜਿੱਥੇ ਲੱਗੀ ਸੀ ਉਹ ਲੱਗਣ ਨਹੀਂ ਸੀ ਦਿੱਤੀ। ਔਰ ਜਦੋਂ ਉਹਨਾਂ ਦੀ ਸਰਕਾਰ ਬਦਲੀ, ਜਿਸ ਸਰਕਾਰ 'ਚ ਵੀਪੀ ਸਿੰਘ ਦੀ ਸਰਕਾਰ 'ਚ ਜਿੱਥੇ ਅਸੀਂ ਬੀਜੇਪੀ ਵੀ ਉਹਦੇ ਨਾਲ ਸਮਰਥਨ ਸੀ, ਉਸ ਵੇਲੇ ਉਹਦਾ ਚਿੱਤਰ ਲੱਗਾ। ਔਰ ਉਸ ਵੇਲੇ ਡਾਕਟਰ ਵੀਪੀ ਸਿੰਘ ਦੀ ਸਰਕਾਰ ਦੇ ਵਿੱਚ ਹੀ ਉਹਨਾਂ ਨੂੰ ਡਾਕਟਰ ਅੰਬੇਡਕਰ ਜੀ ਨੂੰ ਭਾਰਤ ਰਤਨ ਦਾ ਦਰਜਾ ਦਿੱਤਾ। ਔਰ ਬਾਰ-ਬਾਰ ਕਹਿਣ ਦੇ ਤੇ ਵੀ ਕਾਂਗਰਸ ਨੇ ਡਾਕਟਰ ਅੰਬੇਡਕਰ ਜੀ ਨੂੰ ਭਾਰਤ ਰਤਨ ਦਾ ਦਰਜਾ ਨਹੀਂ ਦਿੱਤਾ ਔਰ ਉਹਨਾਂ ਦੀ ਫੋਟੋ ਲੱਗਣ ਦਾ ਵਿਰੋਧ ਕੀਤਾ। ਪਹਿਲਾਂ ਲੱਗਣ ਨਹੀਂ ਦਿੱਤਾ, ਵਿਰੋਧ ਵੀ ਕੀਤਾ ਕਿ ਇੱਥੇ ਇਹ ਨਹੀਂ ਲੱਗਣੀ ਚਾਹੀਦੀ। ਔਰ ਅੱਜ ਉਹ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦੇ ਨਾਂ ਦੇ ਉੱਤੇ ਜਿਹੜੀ ਸਕਾਲਰਸ਼ਿਪ ਸ਼ੁਰੂ ਕਰਕੇ ਦੱਸਣਾ ਚਾਹੁੰਦੇ ਨੇ, ਦਲਿਤਾਂ ਦੇ ਹਿਤੈਸ਼ੀ ਬਣਨਾ ਚਾਹੁੰਦੇ ਨੇ। ਤੇ ਤੁਹਾਨੂੰ ਇਹ ਵੀ ਦੱਸਦੇ ਹਾਂ, ਇਤਿਹਾਸ ਗਵਾਹ ਆ ਕਿ ਡਾਕਟਰ ਅੰਬੇਡਕਰ ਜੀ ਦੇ ਖਿਲਾਫ ਜਿਹੜਾ ਖੜਾ ਕੀਤਾ ਸੀ, ਹੋਣਾ ਤਾਂ ਉਹ ਚਾਹੀਦਾ ਸੀ ਕਿ ਡਾਕਟਰ ਅੰਬੇਡਕਰ ਜੀ ਨਿਰਵਿਰੋਧ ਜਾਂਦੇ ਪਾਰਲੀਮੈਂਟ ਦੇ ਵਿੱਚ, ਪਰ ਡਾਕਟਰ ਅੰਬੇਡਕਰ ਜੀ ਨੂੰ ਇਹਨਾਂ ਨੇ ਹਰਾਇਆ, ਕਾਂਗਰਸ ਨੇ ਹੀ ਹਰਾਇਆ ਸੀ ਔਰ ਉਹਨੂੰ ਬੁਰੀ ਤਰ੍ਹਾਂ ਹਰਾਇਆ ਸੀ। ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਜੀਵਨ 'ਚ ਤਾੜੋ ਪੀੜਤ ਕੀਤਾ ਗਿਆ, ਉਹਨਾਂ ਦੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੂੰ ਤੰਗ ਕੀਤਾ ਗਿਆ, ਅਤਿਆਚਾਰ ਵੀ ਕੀਤੇ ਗਏ। ਸਾਰੀ ਘਟਨਾਵਾਂ ਜਿਹੜੀਆਂ ਇਤਿਹਾਸ ਦੇ ਵਿੱਚ ਨੇ। ਤੀਸਰਾ ਇੱਕ ਮੈਂ ਦੇਖ ਰਿਹਾ ਸੀ ਕਿ ਕਿਸੇ ਨੇ ਸਵਾਲ ਵੀ ਉਹਨਾਂ ਨੇ ਚੁੱਕਿਆ ਸੀ ਕਿ ਜੀ ਉਹ ਜੇ ਉਹਨਾਂ ਨੂੰ ਸ਼ੰਕਾ ਆ ਕਿ ਉਹਨਾਂ ਨੇ ਕਿਹਾ ਕਿ ਕਲੀਨ ਚਿੱਟ ਦੇਤੀ। ਜਿਹੜੀ ਕਲੀਨ ਚਿੱਟ ਕਿਹਨੇ ਦਿੱਤੀ? ਆਪੇ ਹੀ, ਆਪ ਹੀ ਜਾਂਚ ਰੱਖੀ, ਆਪ ਵੀ ਦੋਸ਼ੀ ਆ। ਜਿਹੜੀ ਅਗਰ ਜਾਂਚ ਕਰਾਉਣੀ ਆ ਤਾਂ CBI ਤੋਂ ਕਰਾਈ ਜਾਵੇ, ਜਾਂਚ ਕਰਾਉਣੀ ਆ ਤਾਂ ਹਾਈ ਕੋਰਟ ਦੇ ਜੱਜ ਤੋਂ ਕਰਾਈ ਜਾਵੇ। ਜੇ ਉਹ ਕਹਿੰਦੇ ਆ ਕਿ ਕਲੀਨ ਚਿੱਟ ਦਿੱਤੀ, ਦੁੱਧ ਦੇ ਧੋਤੇ, ਇੰਨੇ ਸਾਫ਼ ਸੁਥਰੇ ਦੁੱਧ ਦੇ ਧੋਤੇ ਨੇ, ਤੇ ਫਿਰ ਮਾਨਯੋਗ ਹਾਈ ਕੋਰਟ ਦੇ ਜੱਜ ਦੇ ਕੋਲੋਂ ਜਿਹੜੀ ਜਾਂਚ ਕਰਾਉਣ 'ਚ ਕੀ ਇਤਰਾਜ਼ ਆ, ਇਹ ਵੀ ਦੱਸਣ ਸਾਨੂੰ। ਜਦੋਂ ਹੈ ਹੀ ਸਾਫ਼ ਸੁਥਰੇ ਨੇ ਤੇ ਫਿਰ ਜਾਂਚ ਕਰਵਾ ਲੈਣ। CBI ਤੋਂ ਨਹੀਂ ਕਰਾਉਣੀ, CBI ਤੇ ਕਹਿ ਦਿਓਗੇ ਨਹੀਂ ਜੀ ਇਹ ਤਾਂ ਕੇਂਦਰ ਸਰਕਾਰ ਦੇ ਪ੍ਰੈਸ਼ਰ ਥੱਲੇ ਰਹਿੰਦੀ ਆ, ਤਾਂ ਹਾਈ ਕੋਰਟ ਦੇ ਕਿਸੇ ਵੀ ਮਾਨਯੋਗ ਜੱਜ ਨੂੰ ਕਹਿ ਕੇ ਉਹਦੀ ਜਾਂਚ ਕਰਵਾ ਲੈਣੀ ਚਾਹੀਦੀ ਆ। ਔਰ ਜਿਹੜਾ ਉਹਨਾਂ ਨੇ ਕੇਂਦਰ ਦੀਆਂ ਏਜੰਸੀਆਂ ਦੀ ਗੱਲ ਕੀਤੀ ਆ, ਕੇਂਦਰ ਦੀ ਏਜੰਸੀ ਦੇ ਜਿਹੜੇ ਸਾਡੇ ਡਿਪਾਰਟਮੈਂਟ ਨੇ ਜਿਹੜੀ 3 ਮੈਂਬਰੀ ਕਮੇਟੀ ਬਣਾਈ ਸੀ, ਉਹ 3 ਮੈਂਬਰੀ ਕਮੇਟੀ ਪੰਜਾਬ 'ਚ ਆਈ ਹੈ, 3 ਵਾਰ ਆਈ ਹੈ। ਤਿੰਨੋਂ ਵਾਰੀ ਇੱਥੇ ਦੇ ਅਫੀਸਰਾਂ ਨੇ ਉਹਨਾਂ ਨਾਲ ਸਹਿਯੋਗ ਨਹੀਂ ਕੀਤਾ ਔਰ 3 ਵਾਰਾਂ ਤੋਂ ਬਾਅਦ ਕੇਂਦਰੀ ਮੰਤਰੀ ਨੇ ਇਹਨਾਂ ਨੂੰ ਚਿੱਠੀ ਲਿਖੀ ਹੈ
ਔਰ ਚਿੱਠੀ ਲਿਖ ਕੇ ਕਿਹਾ ਹੈ ਕਿ ਸਾਨੂੰ ਉਹਦੀ ਸਹੀ ਜਾਣਕਾਰੀ ਦਿੱਤੀ ਜਾਵੇ, ਜਿਹੜੀ ਹੱਲੇ ਤੱਕ ਵੀ ਪੰਜਾਬ ਸਰਕਾਰ ਨੇ ਉਹਨਾਂ ਨੂੰ ਉਪਲਬਧ ਨਹੀਂ ਕਰਾਈ। ਭਾਵ ਮਨ 'ਚ ਹੱਲੇ ਵੀ ਖੋਟ ਹੈ। ਸੋ ਤੀਸਰਾ ਜਿਹੜਾ ਸੀ, ਮੈਂ ਏਰੀਅਰ ਦੀ ਗੱਲ ਕਰ ਹੀ ਚੁੱਕਾ ਕਿ ਏਰੀਅਰ ਉਹਨਾਂ ਦੇ ਜਿਹੜੇ ਸਮੇਂ ਦਾ ਅਸੀਂ ਕਲੀਅਰ ਆਣ ਕੇ ਕੀਤਾ। ਔਰ ਜਿਹੜੀ ਆ ਕਹਿ ਰਹੇ ਕਿ ਵਿੱਚ ਕਹਿ ਰਹੇ ਕਿ ਕੇਂਦਰ ਸਰਕਾਰ ਨੇ ਸਕਾਲਰਸ਼ਿਪ ਜਿਹੜੀ ਆ ਬੰਦ ਕਰਤੀ। ਅਗਰ ਕੋਈ ਕਿਸੇ ਕੋਲ ਐਸੀ ਚਿੱਠੀ ਹੈ ਤਾਂ ਮੈਂ ਮੀਡੀਆ ਖੁੱਲੀ ਚੈਲੰਜ ਕਰਦਾ ਕਿ ਉਹਨਾਂ ਨੂੰ ਆਣ ਕੇ ਦਿਖਾਲਣ ਔਰ ਲੋਕਾਂ ਨੂੰ ਦੱਸਣ ਕਿ ਆਹ ਕੇਂਦਰ ਦੀ ਚਿੱਠੀ ਆਈ ਹੈ ਔਰ ਉਹਦੇ 'ਚ ਕਿਹਾ ਕਿ ਅਸੀਂ ਸਕਾਲਰਸ਼ਿਪ ਬੰਦ ਕਰਤੀ। ਕਿਤੇ ਵੀ ਸਕਾਲਰਸ਼ਿਪ ਸਕੀਮ ਬੰਦ ਨਹੀਂ ਹੋਈ। ਜਿਹੜਾ ਕਹਿ ਰਿਹਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਕਹਿ ਰਿਹਾ ਤੇ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ, ਉਹ ਝੂਠਾ ਹੈ। ਉਹ ਨਹੀਂ ਤਾਂ ਚਿੱਠੀ ਜਿਹੜੀ ਉਹ ਸਾਹਮਣੇ ਜਿੱਥੇ ਜਿਸ ਸਕੀਮ 'ਚ ਉਹਨੂੰ ਬੰਦ ਕੀਤੀ ਦਿੱਤੀ ਦਿਖਾ ਦੇ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਸਕੀਮ ਬਣਾਈ ਗਈ ਸੀ ਮਨਮੋਹਨ ਸਿੰਘ ਨੇ, ਉਹਨਾਂ ਨੇ ਇਹ ਕਿਹਾ ਸੀ ਕਿ ਜਿਹੜੀ ਸਕੀਮ ਦੇ ਤਹਿਤ ਜਿਨ੍ਹਾਂ ਦੇ ਉੱਤੇ ਬਾਕੀ ਸਾਰੇ ਸਕੀਮ ਕੋਈ ਵੀ ਬਣਦੀ ਇੱਕ ਸੂਬੇ ਨੂੰ ਲੈ ਕੇ ਨਹੀਂ ਬਣਦੀ, ਪੂਰੇ ਦੇਸ਼ 'ਚ ਬਣਦੀ ਆ। ਔਰ ਜੇ ਸਕੀਮ ਕਹਿੰਦੇ ਬੰਦ ਹੈ ਤੇ ਪੰਜਾਬ 'ਚ ਨਹੀਂ ਬੰਦ ਹੋ ਸਕਦੀ, ਪੂਰੇ ਦੇਸ਼ 'ਚ ਚੱਲਦੀ ਹੈ ਤੇ ਇਕੱਲੇ ਪੰਜਾਬ 'ਚ ਕਿੱਦਾਂ ਬੰਦ ਹੋ ਗਈ? ਪਰ ਕਾਰਨ ਕੀ ਹੈ ਕਿ ਉਸ ਜਿਹੜੀ ਸਕੀਮ ਦੇ ਮੁਤਾਬਕ ਇਹ ਸੀ ਕਿ ਜਿਹੜੀ 5 ਸਾਲ ਬਾਅਦ ਇਹਨਾਂ ਦੀ ਡਿਮਾਂਡ ਹੋਏਗੀ ਉਹ ਉਹਨਾਂ ਦੀ ਕਮਿਊਨਿਟੀ ਲਾਇਬਿਲਟੀ ਹੋਏਗੀ। ਭਾਵ 5 ਸਾਲ ਬਾਅਦ ਜਿੰਨੀ ਪੰਜਾਬ ਦੀ ਡਿਮਾਂਡ ਆ ਜਾਏਗੀ ਬੱਚਿਆਂ ਦੀ, ਉਹ ਪੰਜਾਬ ਕੋਈ ਵੀ ਇਕੱਲਾ ਪੰਜਾਬ ਨਹੀਂ, ਸੂਬਾ ਸਰਕਾਰਾਂ ਜਿਹੜੀਆਂ ਅਵੇਲ ਕਰਨਗੀਆਂ ਉਸ ਤੋਂ ਵੱਧ ਵਾਲੀ ਜਿਹੜੀ ਆ ਉਹ ਕੇਂਦਰ ਸਰਕਾਰ ਦੇਗੀ। ਪੂਰੇ ਦੇਸ਼ 'ਚ ਇਹ ਸਕੀਮ ਬੜੀ ਸੋਹਣੀ ਚੱਲ ਰਹੀ ਹੈ, ਕਿਤੇ ਕੋਈ ਸਮੱਸਿਆ ਨਹੀਂ। ਨਾਲ ਦੇ ਸੂਬਿਆਂ ਦੇ ਵਿੱਚ ਵੀ ਚੱਲ ਰਹੀ ਹੈ। ਰਾਜਸਥਾਨ ਜਿੱਥੇ ਕਾਂਗਰਸ ਦੀ ਗਵਰਨਮੈਂਟ ਹੈ ਉੱਥੇ ਵੀ ਚੱਲ ਰਹੀ ਹੈ। ਛੱਤੀਸਗੜ੍ਹ ਜਿੱਥੇ ਕਾਂਗਰਸ ਦੀ ਸਰਕਾਰ ਹੈ ਉੱਥੇ ਵੀ ਚੱਲ ਰਹੀ ਹੈ। ਫਿਰ ਇਸ ਇਕੱਲੇ ਇਸ ਪੰਜਾਬ ਨੂੰ ਸਮੱਸਿਆ ਕਿਉਂ? ਇਹ ਸਮੱਸਿਆ ਇਹ ਹੈ ਕਿ ਇਹਨਾਂ ਨੇ ਡਿਮਾਂਡ ਜਿਹੜੀ 5 ਸਾਲ ਬਾਅਦ 2017 ਸੀ 788 ਕਰੋੜ ਰੁਪਏ ਦੀ ਸੀ, ਔਰ ਜਿਹੜੀ ਅੱਜ ਇਹਨਾਂ ਨੇ ਹੁਣ ਕਿਹਾ ਕਿ 600 ਕਰੋੜ ਰੁਪਏ ਦਾ ਬਜਟ ਰੱਖਿਆ ਕਿ ਸਾਡੀ ਜਿਹੜੀ ਰਿਕੁਆਇਰਮੈਂਟ 600 ਜਿਹੜਾ ਕਰੋੜ ਦਾ ਰੱਖਿਆ ਗਿਆ। ਤੇ ਇਹਦਾ ਮਤਲਬ 800 ਕਰੋੜ ਤੁਸੀਂ ਕੇਂਦਰ ਤੋਂ ਮੰਗਦੇ ਹੋ ਤੇ 3 ਸਾਲ ਬਾਅਦ ਜਿਹੜੀ ਹੈ ਅੱਜ ਡਿਮਾਂਡ ਕਿਉਂਕਿ ਵਧਣੀ ਚਾਹੀਦੀ ਸੀ, ਅੱਜ ਡਿਮਾਂਡ 600 ਕਰੋੜ ਰੱਖਦੇ। ਇਹਦਾ ਮਤਲਬ 200 ਕਰੋੜ ਰੁਪਏ ਦਾ ਤੁਸੀਂ ਘੁਟਾਲੇ ਦੀ ਮਨਸ਼ਾ ਦੇ ਨਾਲ ਇਹ ਕੰਮ ਕਰ ਰਹੇ ਸੀ। ਔਰ ਕੇਂਦਰ ਕੋਲੋਂ ਤੁਸੀਂ ਮੰਗਦੇ ਹੋ 600 ਕਰੋੜ 800 ਕਰੋੜ ਰੁਪਈਆ, ਆਪ ਬਜਟ ਬਣਾਉਣੇ ਆ 600 ਕਰੋੜ ਰੁਪਏ। ਔਰ ਉਹਦੇ 'ਚ ਵੀ ਅਗਰ ਸ਼ੰਕਾਵਾਂ ਜਿਹੜੀਆਂ ਕਰ ਦਿੱਤੀਆਂ ਕਿ 40% ਜਿਹੜਾ ਆ ਉਹ ਇੰਸਟੀਟਿਊਸ਼ਨ ਦੇਵੇ ਜਾਂ ਕੌਣ ਦੇਗਾ, ਇਹ ਕਲੀਅਰ ਨਹੀਂ। ਔਰ ਜਿਹੜੀ ਹੈ 60% ਉਹ ਦੇਣਗੇ। ਔਰ ਇਹ ਸਕੀਮ ਲਾਗੂ ਕਦੋਂ ਹੋਏਗੀ? ਕਿਉਂਕਿ ਜਿੰਨਾ ਚਿਰ ਨੋਟੀਫਿਕੇਸ਼ਨ ਨਹੀਂ ਹੋ ਰਿਹਾ ਉਹਨਾਂ ਚਿਰ ਕਿਤੇ ਨਹੀਂ ਹੋਇਆ। ਪਰ ਜਿਹੜਾ ਉਹਨਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਸੀ ਉਹਦੇ 'ਚ ਇਹ ਕਿਹਾ ਸੀ ਕਿ 21 ਔਰ 22 ਦੇ ਵਿੱਚ ਇਹ ਲਾਗੂ ਹੋਏਗੀ। ਭਾਵ 21-22 ਦਾ ਪੇਮੈਂਟ ਉਹਨੂੰ 22-23 ਦੇ ਵਿੱਚ ਜਾ ਕੇ ਕਰਨੀ ਪੈਗੀ ਔਰ 22 ਮਾਰਚ ਦੇ ਵਿੱਚ ਇਹ ਸਰਕਾਰ ਦਾ ਇੱਥੋਂ ਚੱਲਦੀ ਹੋ ਜਾਣੀ ਹੈ ਤੇ ਆਉਣ ਵਾਲੀ ਸਰਕਾਰ ਜਿਹੜੀ ਆ ਉਹ ਨਜਿੱਠੇਗੀ ਕੀ ਕਰਨਾ ਕੀ ਨਹੀਂ ਕਰਨਾ। ਦੂਸਰੇ ਪਾਸੇ ਉਹ ਕਹਿ ਰਹੇ ਕਿ ਸਾਡੇ ਕੋਲ ਫੰਡ ਬੜੇ ਅਸੀਂ ਅਰੇਂਜ ਕਰ ਲਏ। ਉਹ ਭਾਈ ਜਿਹੜੇ ਸਾਡੇ ਕੇਂਦਰ ਤੋਂ ਆਇਓ ਫੰਡ ਹਲੇ 350 ਕਰੋੜ ਰੁਪਇਆ ਅੱਜ ਵੀ ਇਹਨਾਂ ਦੇ ਬੈਂਕਾਂ 'ਚ ਪਿਆ, ਵਿਆਜ ਖਾ ਰਹੀ ਹੈ ਸਰਕਾਰ। ਔਰ ਅੱਜ ਵੀ ਜਿਹੜਾ ਆ ਉਹ 350 ਕਰੋੜ ਰੁਪਈਆ ਕਿਉਂ ਨਹੀਂ ਵੰਡਿਆ ਜਾ ਰਿਹਾ? ਜੇ ਤੁਹਾਡੇ ਕੋਲ ਇੰਨੇ ਵੱਧ ਫੰਡ ਹੋ ਗਏ, ਪਹਿਲਾਂ ਜਿਹੜੇ ਕੇਂਦਰ ਦੇ ਫੰਡ ਦਿੱਤੇ ਆ ਉਹਨਾਂ ਨੂੰ ਤਾਂ ਡਿਸਟ੍ਰੀਬਿਊਸ਼ਨ ਕਰੋ। ਉਹ ਜਿਹੜੇ ਸਕੂਲ ਕਾਲਜ ਕਹਿ ਰਹੇ ਕਿ ਅਸੀਂ 80 ਬੱਚਿਆਂ ਨੂੰ ਜਿਹੜਾ ਐਡਮਿਸ਼ਨ ਨਹੀਂ ਦੇਣੀ ਤਾਂ ਕਿ ਉਹ ਬੱਚੇ ਜਿਹੜੇ ਆ ਉੱਥੇ ਐਡਮਿਸ਼ਨ ਦੇ ਲੈ ਸਕਣ, ਔਰ ਜਿਨ੍ਹਾਂ ਦੇ ਸਰਟੀਫਿਕੇਟ ਨਹੀਂ ਦੇ ਰਹੇ ਕਾਲਜ ਤੇ ਯੂਨੀਵਰਸਿਟੀਆਂ, ਉਹ ਜਦੋਂ ਉਹਨਾਂ ਨੂੰ ਪੈਸੇ ਮਿਲ ਜਾਣਗੇ ਤੇ ਉਹ ਨੈਚੁਰਲੀ ਕਿ ਉਹਨਾਂ ਦੇ ਸਰਟੀਫਿਕੇਟ ਵੀ ਦੇਣਗੇ। ਸੋ ਭਵਿੱਖ ਜਿਹੜਾ ਆ ਅੱਜ ਕਾਂਗਰਸ ਔਰ ਅੱਜ ਇਹ ਕਹਿ ਦਈਏ ਤੇ ਕੈਪਟਨ ਜਿਹੜੀ ਅਮਰਿੰਦਰ ਸਿੰਘ ਦੀ ਕਾਂਗਰਸ ਦੀ ਸਰਕਾਰ ਜਿਹੜੀ ਆ ਉਹ ਅੱਜ ਅਨੁਸੂਚਿਤ ਜਾਤੀ ਦੇ ਗਰੀਬ ਬੱਚਿਆਂ ਨਾਲ ਖਿਲਵਾੜ ਕਰ ਰਹੀ ਹੈ। ਸੋ ਅੱਜ ਬਹੁਤ ਸਾਰਿਆਂ ਨੇ ਕਲੀਨ ਚਿੱਟ ਤਾਂ ਤੁਸੀਂ ਦੇਖ ਲਈ, ਪਰ ਮੈਂ 1-2 ਲੀਡਰਾਂ ਦੀ ਉਹਨਾਂ ਦੀ ਪ੍ਰੈਸ ਕਾਨਫਰੰਸ ਵੀ ਦੇਖ ਲਿਆ ਸੀ ਔਰ ਉਹ ਕਹਿ ਰਿਹਾ ਕਿ ਹਾਂ 2-4 ਕਾਲਜ ਹੈਗੇ ਆ ਜਿਹੜੇ ਬੋਗਸ ਹੈ। ਇਹਦਾ ਮਤਲਬ ਰਿਪੋਰਟ ਸੱਚੀ ਸੀ, ਤੁਸੀਂ ਕਲੀਨ ਚਿੱਟ ਕਿੱਦਾਂ ਦੇ ਦਿੱਤੀ ਬਈ? ਇੱਕ ਪਾਸੇ ਕਹਿੰਦੇ ਕਿ ਬੋਗਸ ਜਿਹੜੇ ਆ ਕਾਲਜਾਂ ਨੂੰ ਪੇਮੈਂਟ ਹੋ ਗਈ ਤੇ ਦੂਜੇ ਪਾਸੇ ਤੁਸੀਂ ਕਹਿੰਦੇ ਕਲੀਨ ਚਿੱਟ ਦੇ ਦਿੱਤੀ। ਇਹਦਾ ਕੀ ਮਤਲਬ ਹੈ? ਆਪ ਤੁਸੀਂ ਮੰਨਦੇ ਹੋ ਕਿ ਤੁਸੀਂ ਦੋਸ਼ੀ ਹੋ, ਆਪ ਮੰਨਦੇ ਹੋ ਕਿ ਸਰਕਾਰ ਦੋਸ਼ੀ ਹੈ, ਉਹਨਾਂ ਦੇ ਨੁਮਾਇੰਦੇ ਮੰਨਦੇ, ਸਰਕਾਰ 'ਚ ਬੈਠੇ ਵਾਲੇ ਨੁਮਾਇੰਦੇ ਜਿਹੜੇ ਆ ਉਹ ਮੰਨਦੇ ਆ ਔਰ ਪੜ੍ਹੇ ਲਿਖੇ ਲੋਕ ਮੰਨਦੇ, ਔਰ ਫਿਰ ਕਹਿ ਰਹੇ ਕਿ ਜਿਹੜਾ ਆ ਉਹਨਾਂ ਨੂੰ ਤਾਂ ਕਲੀਨ ਚਿੱਟ ਦੇ ਦਿੱਤੀ ਔਰ ਆਪ ਹੀ ਕਹਿ ਰਿਹਾ ਕਿ
ਕਿ ਹਾਂ 2-4 ਕਾਲਜ ਤਾਂ ਬੋਗਸ ਹੈਗੇ ਆ, ਇਹਦਾ ਮਤਲਬ ਦੋਸ਼ੀਆਂ ਦੇ ਨਾਲ ਖੜੇ ਹੋ ਕੇ ਤੁਸੀਂ ਉਸ ਕਰਪਸ਼ਨ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਅਨੁਸੂਚਿਤ ਜਾਤੀਆਂ ਦੇ ਬੱਚਿਆਂ ਦਾ ਭਵਿੱਖ ਜਿਹੜਾ ਆ ਉਹ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਵਿਸ਼ੇ ਵੀ ਆਇਆ ਸੀ, ਕਿਸੇ ਨੇ ਸਵਾਲ ਕੀਤਾ ਸੀ ਕਿਸੇ ਦਲਿਤ ਇੰਸਟੀਚਿਊਸ਼ਨ ਦੇ ਸੰਸਥਾ ਦੇ ਲੋਕਾਂ ਨੇ ਕਿ ਭਈ ਕੇਂਦਰ ਤੋਂ ਜਿਹੜਾ 90 ਕਰੋੜ ਰੁਪਇਆ ਪੋਰਟਲ ਬਣਾਉਣ ਦੇ ਲਈ ਆਇਆ ਔਰ ਹੱਲੇ ਤੱਕ ਪੋਰਟਲ ਨਹੀਂ ਬਣਾਇਆ। ਉਹ ਸਕੀਮ ਸੀ ਕਿ DBT ਸਕੀਮ ਨੂੰ ਲਾਗੂ ਕਰਨ ਲਈ, ਤਾਂ ਕਿ ਉਸ ਪੋਰਟਲ ਦੇ ਅੰਦਰ ਬੱਚੇ ਆਪਣੀ ਉਹ ਜਿਹੜੀ ਐਂਟਰੀ ਕਰਨਗੇ ਔਰ ਜਿਹੜਾ ਕੇਂਦਰ ਤੋਂ ਪੈਸਾ ਆਏਗਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ, ਜੋ ਵੀ ਪੈਸੇ ਦਾ ਡਿਸਟ੍ਰੀਬਿਊਸ਼ਨ ਹੋਏਗਾ ਉਹ ਸਿੱਧਾ ਅਕਾਊਂਟ 'ਚ DBT ਡਾਇਰੈਕਟ ਬੈਨੀਫਿਟ ਟ੍ਰਾਂਸਫਰ ਹੋਏਗਾ। ਔਰ ਤੁਸੀਂ ਦੇਖਦੇ ਆ ਕਿ ਇਹਨਾਂ ਨੇ ਉਹ ਤਾਂ ਪੋਰਟਲ ਹਲੇ ਬਣਾਇਆ ਨਹੀਂ, ਵਿੱਚ ਕਹਿੰਦੇ ਪੋਰਟਲ ਬਣਿਆ ਉਹ ਵੀ ਦੂਸਰੇ ਸੂਬੇ ਦਾ ਕਿਸੇ ਦਾ ਲੈ ਕੇ ਹਲੇ ਇਸਤੇਮਾਲ ਕਰ ਰਹੇ ਨੇ, ਆਪਣਾ ਨਹੀਂ ਬਣਾਇਆ। ਔਰ ਜੇ ਅਗਰ ਉਹ ਬਣਿਆ ਹੁੰਦਾ ਤਾਂ ਫਿਰ ਮੈਨੂੰ ਇਹ ਦੱਸੋ ਕਿ ਵੀ ਚੈੱਕ ਰਾਹੀਂ ਵੀ ਪੇਮੈਂਟ ਕਿਉਂ ਦਿੱਤੀ? ਜੇ ਉਹਨਾਂ ਦੇ ਨਾਂ ਵੀ ਬਣਿਆ ਹੁੰਦਾ ਤਾਂ ਇੰਸਟੀਚਿਊਸ਼ਨ ਨੂੰ RTGS ਕਰ ਸਕਦੇ ਸੀ, ਪਰ ਉਹ ਵੀ ਨਹੀਂ ਕੀਤੀ, ਬੈਂਕ ਤੋਂ ਸਿੱਧੇ ਟ੍ਰਾਂਸਫਰ ਨਹੀਂ ਕੀਤੀ, ਚੈੱਕਾਂ ਰਾਹੀਂ ਪੇਮੈਂਟ ਕੀਤੀ ਗਈ ਤਾਂ ਕਿ ਉਹ ਆਪਣਾ ਹਲਵਾ ਮੰਡਾ ਯਾਨੀ ਆਪਣੀ ਕਰਪਸ਼ਨ ਕਰ ਸਕਣ। ਉਹਦੇ 'ਚੋਂ ਸਿੱਧਾ ਸਾਫ਼ ਨਜ਼ਰ ਆਉਂਦਾ। ਔਰ ਇਹ ਕਲੀਨ ਚਿੱਟ ਦੇ ਕੇ ਬੈਠੇ ਆ। ਜੇ ਇੰਨੇ ਦੁੱਧ ਦੇ ਤੋਤੇ ਨੇ ਤਾਂ ਸਾਡੀ ਬੇਨਤੀ ਹੈ, ਅਸੀਂ ਫੇਰ ਕਹਿੰਦੇ ਹਾਂ ਕਿ ਇੱਕ ਤਾਂ ਜਿਹਨਾਂ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਜੀ ਦਾ ਅਪਮਾਨ ਕੀਤਾ, ਉਹਨਾਂ ਦੇ ਖਿਲਾਫ ਜਿਹੜੇ ਸਾਡੇ ਦਲਿਤ ਸਮਾਜ ਦੇ ਲੋਕਾਂ ਦੇ ਉੱਤੇ ਉਹਨਾਂ ਦੇ ਜਿਹੜੇ ਦਿਲਾਂ ਦੇ ਉੱਤੇ ਜ਼ਖਮ ਕਰਦੇ, ਉਹਨਾਂ ਦੇ ਹਿਰਦੇ ਬਲੁੰਦਰੇ ਨੇ, ਉਹਨਾਂ ਦੇ ਉੱਤੇ ਜਿਹੜੇ ਕਰਨ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਕਰਕੇ 295 A ਦਾ ਪਰਚਾ ਔਰ ਜਿਹੜਾ ਆ SC ਐਕਟ ਦਾ ਪਰਚਾ, ਔਰ ਤੀਸਰਾ ਜਿਹੜਾ ਇਹ ਦੋਸ਼ੀਆਂ ਜਿਹੜਾ ਘੁਟਾਲਾ ਹੋਇਆ ਐਸਸੀਆਂ ਦੇ ਸਕਾਲਰਸ਼ਿਪ 'ਚ, ਉਹਦੀ ਜਾਂਚ ਜਿਹੜੀ ਆ ਉਹ ਹਾਈ ਕੋਰਟ ਦੇ ਮਾਨਯੋਗ ਜੱਜ ਜਾਂ CBI ਤੋਂ ਕਰਾਉਣੀ ਚਾਹੀਦੀ ਹੈ, ਸਾਡੀ ਮੰਗ ਹੈ। ਔਰ ਨਾਲ ਜਿਨ੍ਹਾਂ ਦਲਿਤਾਂ ਦੇ ਉੱਤੇ ਅਤਿਆਚਾਰ ਹੋਏ ਅੱਜ ਉਹਨਾਂ ਦੇ ਉੱਤੇ ਜਿਹੜਾ ਪ੍ਰੈਸ਼ਰ ਪਾ ਕੇ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਆ, ਇਮਾਨਦਾਰ ਆ ਤਾਂ ਮੈਂ ਉਹਨਾਂ ਸਾਰੇ ਜਿਹੜੇ ਸਰਕਾਰ ਦੇ ਵਿੱਚ, ਚਾਹੇ ਉਹ ਮੰਤਰੀ ਨੇ, ਚਾਹੇ MLA ਨੇ, ਚਾਹੇ ਉਹਨਾਂ ਦੇ ਪ੍ਰਮੁੱਖ ਲੀਡਰ ਨੇ, ਮੈਂ ਉਹਨਾਂ ਸਾਰਿਆਂ ਨੂੰ ਅਪੀਲ ਕਰਦਾ ਕਿ ਉਸ ਨੂੰ ਵੀ ਰਾਜਨੀਤੀ ਦੀ ਗਲਗਲ ਤੋਂ ਉੱਪਰ ਉੱਠ ਕੇ ਦਲਿਤਾਂ ਦੇ ਇਨਸਾਫ ਲਈ ਅੱਗੇ ਆਉਣ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਔਰ ਸਰਕਾਰ ਨੂੰ ਕਹਾਂਗੇ ਕਿ ਉਹਦੇ 'ਤੇ ਸਖਤ ਕਾਰਵਾਈ ਕਰੇ।